ਸਵਈਏ। ਇਹ ਵੀ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਦੀ ਧਰਤੀ 'ਤੇ ਉਚਾਰਨ ਕੀਤੀ ਹੈ। ਅਕਾਲ ਉਸਤਤ ਦੀ ਇਹ ਬਾਣੀ ਹੈ। ਉਹਦੇ ਵਿੱਚ ਆਰੰਭਤਾ ਅਕਾਲ ਉਸਤਤ ਦੀ ਹੈ, ਪਰਮੋ ਆਦਿ ਏਕੰਕਾਰ। ਫਿਰ ਅੱਗੇ ਸਵਈਏ ਨੇ ਵੀਨਨ ਕੀ ਪ੍ਰਤਪਾਲ ਕਰੇ। ਉਸ ਤੋਂ ਬਾਅਦ ਅੱਗੇ ਹੈ ਇਹ ਪਾਵਨ ਬਾਣੀ। ਜਿਹੜੇ ਇਹ 10 ਸਵਈਏ ਨੇ, ਇਹਨਾਂ ਨੂੰ ਤਪ ਪ੍ਰਸਾਦ ਸਵਈਏ ਵੀ ਕਹਿੰਦੇ, ਇਹਨਾਂ ਨੂੰ ਸੁਦਾ ਸਵਈਏ ਵੀ ਕਿਹਾ ਜਾਂਦਾ ਹੈ। ਸੁਦਾ ਤੋਂ ਭਾਵ ਅੰਮ੍ਰਿਤ, ਕਿਉਂਕਿ ਜਿਸ ਵੇਲੇ ਸਾਹਿਬਾਂ ਨੇ ਅੰਮ੍ਰਿਤ ਤਿਆਰ ਕੀਤਾ ਉਸ ਵੇਲੇ ਇਹ ਸਵਈਏ ਪੜ੍ਹੇ ਗਏ, ਤਾਂ ਇਹਨਾਂ ਨੂੰ ਸੁਦਾ ਸਵਈਏ ਕਿਹਾ ਜਾਂਦਾ ਹੈ। ਤੋ ਇਹ ਅੰਮ੍ਰਿਤ ਜਦੋਂ ਖੰਡੇ ਬਾਟੇ ਦੀ ਪਹੁਲ ਤਿਆਰ ਹੋਈ, ਅੱਲੋਂ ਸਾਹਿਬਾਂ ਨੇ 5 ਬਾਣੀਆਂ ਦਾ ਜਾਪ ਕੀਤਾ। ਉਹਨਾਂ 5 ਬਾਣੀਆਂ ਦੀ ਇਹ ਪਾਵਨ ਪਵਿੱਤਰ ਬਾਣੀ ਹੈ। ਅਤੇ ਇਹ ਸਾਨੂੰ ਪੰਥ ਵੱਲੋਂ ਵੀ ਹੁਕਮ ਹੈ ਵੀ ਸਵੇਰੇ ਜੋ 3 ਬਾਣੀਆਂ ਦਾ ਅਤੇ ਇਹਨਾਂ ਦਾ ਜਾਪ 2 ਸ਼ਾਮ ਦੀਆਂ ਨੇ। ਠੀਕ ਹੈ, ਇਹ ਇੱਕ ਕੰਡੀਸ਼ਨ ਸੀ ਮਰਿਆਦਾ ਵਿੱਚ ਲਿਆਉਣ ਦੀ, ਵੀ ਗੁਰੂ ਨਾਨਕ ਦਾ ਸਿੱਖ ਦੇਸ਼ ਵਿਦੇਸ਼ ਜਿੱਥੇ ਵੀ ਹੋਵੇ ਘੱਟ ਤੋਂ ਘੱਟ ਆਹ ਨਿਯਮ ਦੇ ਨਿਭਾਵੇ ਨਾ। ਵੱਧ ਦੀ ਕੋਈ ਕੰਡੀਸ਼ਨ ਨਹੀਂ, ਭਾਵੇਂ ਸਾਰੀ ਦਿਹਾੜੀ ਪੜ੍ਹੀ ਜਾਏ, ਭਾਵੇਂ ਦਿਨ ਰਾਤ ਪੜ੍ਹੋ, ਭਾਵੇਂ ਕੋਈ ਜਿੰਨੀਆਂ ਮਰਜ਼ੀ ਬਾਣੀਆਂ ਪੜ੍ਹੇ, ਕੋਈ ਮਨਾਹੀ ਨਹੀਂ ਹੈ। ਹੁਕਮ ਹੈ ਦਿਨ ਦੀ ਸਹਿਜ ਪਾਠ ਕਰਨ ਦਾ, ਹਰ ਵੇਲੇ ਜਾਪ ਕਰਨ ਦਾ, ਉੱਠ ਬੈਠ ਸੋਵਤ ਨਾਮ। ਆਖਿਆ ਵੀ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਇਹ ਮਰਿਆਦਾ ਇਸ ਲਈ ਬਣਾਈ ਗਈ ਸੀ ਕਿ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਹੋਵੇ, ਉਹ ਦੇਸ਼ ਹੋਵੇ ਵਿਦੇਸ਼ ਹੋਵੇ, ਉਹ ਇਸ ਮਰਿਆਦਾ ਦਾ ਧਾਰਨੀ ਹੋਵੇ। ਤੋ ਇਹ ਮਰਿਆਦਾ ਦੀ ਬਾਣੀ, ਅੰਮ੍ਰਿਤ ਦੀ ਬਾਣੀ, ਨਿਤਨੇਮ ਦੀ ਸਾਡੀ ਪਾਵਨ ਪਵਿੱਤਰ ਬਾਣੀ। ਤੋ ਆਓ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਬਖਸ਼ਿਸ਼ਾਂ ਇਸ ਬਾਣੀ 'ਚ ਕਰ ਰਹੇ ਨੇ, ਇਹਨਾਂ ਬਖਸ਼ਿਸ਼ ਭਰੇ ਬਚਨਾਂ ਨਾਲ ਜੁੜਨ ਦਾ ਯਤਨ ਕਰੀਏ। ਆਪ ਸੰਗਤ ਅਸੀਸ ਬਖਸ਼ੋ। ਸਤਿਗੁਰ ਦਾਤਾ ਰਹਿਮਤ ਕਰਨ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰਾਂ ਦੀ ਸਾਂਝ ਕਰਾ ਲੈਣ। ਆਪੋ ਆਪਣੀ ਹਾਜ਼ਰੀ ਸਾਹਿਬਾਂ ਦੇ ਚਰਨਾਂ 'ਚ ਲਵਾਉਂਦੇ ਹੋਏ ਕਰੋ ਰਸਨਾ ਪਵਿੱਤਰ। ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤਬ ਪ੍ਰਸਾਦ ਸਵਈਏ। ਛੋਟੇ ਰੂਪ ਵਿੱਚ ਮੂਲ ਮੰਤਰ ਉੱਤੇ ਉਚਾਰਨ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਸਰਵ ਵਿਆਪੀ ਹੈ, ਸਦੀਵੀ ਹੋਣ ਵਾਲਾ। ਅਤੇ ਉਸ ਤੋਂ ਬਾਅਦ ਤਬ ਪ੍ਰਸਾਦ ਸਵਈਏ। ਤਬ ਪ੍ਰਸਾਦ ਦਾ ਅਰਥ ਇਹ ਵਾਹਿਗੁਰੂ ਤੇਰੀ ਕਿਰਪਾ ਨਾਲ ਮੈਂ ਸਵਈਏ ਉਚਾਰਦਾ ਹਾਂ। ਤਬ ਪ੍ਰਸਾਦ, ਤਬ ਦਾ ਅਰਥ ਪਰਮਾਤਮਾ, ਪ੍ਰਸਾਦ ਦਾ ਅਰਥ ਕਿਰਪਾ। ਤੇਰੀ ਕਿਰਪਾ ਦੇ ਨਾਲ ਮੈਂ ਇਹ ਪਾਵਨ ਬਾਣੀ ਸਵਈਏ ਉਚਾਰਨ ਲੱਗਾ ਹਾਂ। ਭਾਵ ਇਸ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਹਨ। ਪਾਤਸ਼ਾਹੀ ਦਸਵੀਂ ਭਾਵ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਹੈ ਜੀ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਬਾਣੀ ਦੇ ਅੰਦਰ 2 ਪੱਖਾਂ ਨੂੰ ਸਤਿਗੁਰਾਂ ਨੇ ਉਜਾਗਰ ਕੀਤਾ ਹੈ। ਸੰਸਾਰ ਨੂੰ ਚਲਾਉਣ ਵਾਲੇ ਇਹ 2 ਪੱਖ ਸਨ। ਇੱਕ ਰਾਜਨੀਤੀ, ਦੂਸਰਾ ਸੀ ਧਰਮ। ਧਰਮ ਦੇ ਆਗੂ ਤੇ ਰਾਜਨੀਤਿਕ ਲੋਕ, ਇਹਦੇ ਰਾਹੀਂ ਸੰਸਾਰ ਚੱਲਦਾ ਸੀ। ਸੰਸਾਰ ਨੂੰ ਚਲਾਉਣ ਵਾਲੀਆਂ ਇਹ ਬਹੁਤ ਵੱਡੀਆਂ 2 ਤਾਕਤਾਂ ਸਨ। ਇਕੋਨਮੀ ਵੀ ਇਹਦੇ ਰਾਹੀਂ ਜਿਹੜੀ ਚੱਲਦੀ ਹੈ ਦੇਸ਼ ਦੀ, ਇਹ ਬਹੁਤ ਵੱਡੀਆਂ ਤਾਕਤਾਂ ਸਨ। ਪਰ ਕਿਤੇ ਜਾ ਕਰਕੇ ਇਹਨਾਂ ਵਿੱਚ ਵਿਗਾੜ ਆਇਆ। ਧਰਮ ਜਿਹੜਾ ਹੈ ਉਹ ਰਾਜਨੀਤੀ ਦੇ ਪਹਿਲਾਂ ਆਦਿਕਾਲ ਤੋਂ ਦੇ ਉੱਤੇ ਚੱਲਦਾ ਰਿਹਾ। ਰਾਜਨੀਤਿਕ ਲੋਕਾਂ ਨੇ ਜਿੰਨੇ ਵੀ ਦੁਨੀਆ 'ਤੇ ਉਪਦਰਵ ਕੀਤੇ ਕਰਾਉਣ ਵਾਲੇ ਇਹ ਧਾਰਮਿਕ ਆਗੂ ਸਨ। ਜੇ ਰਾਜਿਆਂ ਨੂੰ ਹੁਕਮ ਦਿੰਦੇ, ਕੋਈ ਰਾਜੇ ਕਰਮ ਕਰਦੇ, ਤਾਂ ਉਹਨਾਂ ਦੇ ਸਿਰ 'ਤੇ ਬ੍ਰਾਹਮਣ ਵੀ ਸਨ। ਉਹ ਜੋ ਕਹਿੰਦੇ ਸੀ ਰਾਜੇ ਉਹ ਕਰਮ ਕਰਦੇ ਆ। ਛਤਰੀ ਮੈਦਾਨੇ ਜੰਗ ਜੂਝ ਰਿਹਾ ਤੇ ਬ੍ਰਾਹਮਣ ਦੱਸਦਾ ਸੀ ਕੀ ਕਰਨਾ, ਕਿਹੜਾ ਕਰਮ ਕਰਨਾ। ਉਹਨੂੰ ਪੁੱਛ ਕੇ ਉਹ ਲੋਕ ਕਰਮ ਕਰਿਆ ਕਰਦੇ ਸਨ। ਬ੍ਰਹਮਇਜ਼ਮ ਹਾਵੀ ਸੀ ਤੇ ਅੱਜ ਮਾਨਸਿਕਤਾ ਤੇ ਅੱਜ ਵੀ ਹਾਵੀ, ਤੇ ਦੇਸ਼ ਦੀ ਰਾਜਨੀਤੀ ਦੇ ਅੱਜ ਵੀ ਹਾਵੀ ਹੈ। ਦੂਸਰੇ ਇਹ ਸਨਾਤਨ ਧਰਮ ਦੇ ਇਸਲਾਮ ਦੀ ਗੱਲ ਸਾਡੇ ਸਾਹਮਣੇ ਹੈ। ਜੇ ਸਾਹਿਬਜ਼ਾਦਿਆਂ ਨੂੰ ਫਤਵੇ ਦਿੱਤੇ ਜਾਂਦੇ ਆ, ਜਿੰਨੇ ਵੀ ਸਿੰਘ ਅੱਜ ਤੱਕ ਸ਼ਹੀਦ ਹੋਏ ਆ, ਕੌਣ ਫਤਵੇ ਦਿੰਦੇ ਆਏ? ਧਰਮ ਫਤਵੇ ਦਿੰਦਾ ਆਇਆ। ਰਾਜੇ ਕੋਲ ਪਾਵਰ ਨਹੀਂ ਸੀ ਹੁੰਦੀ ਉਹ ਕਿਸੇ ਨੂੰ ਫਤਵਾ ਦੇ ਸਕੇ ਜਾਂ ਕਿਸੇ ਨੂੰ ਸ਼ਹੀਦ ਕਰ ਸਕੇ। ਕੋਲ ਬੈਠਾ ਧਰਮ ਗੁਰੂ ਭਾਵ ਕਾਜੀ ਜੀ, ਉਹਨਾਂ ਨੂੰ ਰੱਬ ਸਮਝਿਆ ਜਾਂਦਾ ਸੀ ਤੇ ਉਹ ਲੋਕ ਫਤਵੇ ਦਿਆ ਕਰਦੇ ਸਨ। ਸਾਹਿਬਜ਼ਾਦੇ ਤਾਂ ਸ਼ਹੀਦ ਹੋਏ ਜਾਂ ਜਿੰਨੇ ਵੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਫਤਵੇ ਕਾਜੀ ਜੀ ਸੁਣਾਉਂਦੇ ਆਏ ਨੇ। ਉਹਨਾਂ ਸਮੇਂ 'ਚ ਧਰਮ ਉੱਤੇ ਸੀ, ਪਰ ਅੱਜ ਧਰਮ ਤੇ ਸਭ ਧਰਮ ਬਿਨਾਂ ਜਿਹੜੇ ਸਭ ਦਲੇ ਮਲੇ ਹਨ, ਸਭ ਕੁਝ ਦਲਾ ਮਲੇ ਹੋ ਗਿਆ, ਖਤਮ ਹੋ ਚੁੱਕਾ ਹੈ।
ਸਤਿਗੁਰਾਂ ਨੇ ਉਹਨਾਂ ਦੋ ਤਾਕਤਾਂ ਦੀ ਬਾਤ ਕੀਤੀ ਇਸ ਬਾਣੀ ਅੰਦਰ ਵੀ ਵੱਡੇ ਵੱਡੇ ਰਾਜੇ ਵੀ ਦੁਨੀਆ ਤੇ ਹੋਏ ਜਿਨ੍ਹਾਂ ਦੇ ਹੁਕਮਤ ਸੰਸਾਰ ਵਿੱਚ ਚੱਲਦੇ ਆਏ, ਅਖੀਰ ਨੰਗੇ ਪੈਰੀ ਦੁਨੀਆ ਤੋਂ ਉਹਨਾਂ ਨੂੰ ਜਾਣਾ ਪਿਆ। ਉਹ ਧਰਮ ਤੱਕ ਪਹੁੰਚ ਨਾ ਕਰ ਸਕੇ, ਉਹ ਸ਼ਰ੍ਹਾ ਦੇ ਧਾਰਨੀ ਨਾ ਬਣ ਸਕੇ। ਇਸ ਬਾਣੀ ਅੰਦਰ ਵੱਖ-ਵੱਖ ਮਤਾਂ ਦੀ, ਮਤਾਂਤਰਾਂ ਦੀ, ਮਜ਼ਹਬਾਂ ਦੀ ਤੇ ਉਹਨਾਂ ਦੇ ਧਾਰਮਿਕ ਕਰਮਾਂ ਦੀ ਬਾਤ ਕੀਤੀ ਹੈ ਸਤਿਗੁਰਾਂ ਨੇ। ਇਹਦਾ ਭਾਵ ਨਹੀਂ ਕਿ ਨਿੰਦਿਆ ਨਹੀਂ ਹੈ ਕਿਸੇ ਦੀ, ਸਤਿਗੁਰਾਂ ਨੇ ਦਰਸਾਇਆ ਹੈ। ਜਿਸ ਤਰ੍ਹਾਂ ਪਾਵਨ ਬਾਣੀ ਆਸਾ ਕੀ ਬਾਤ ਹੁੰਦਾ ਹੈ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕਰੇ ਵਿਚਾਰ, ਬੰਦੇ ਸੇ ਜੀ ਭਵਨ ਵਿੱਚ ਬੰਦੀ ਵੇਖਣ ਕੋ ਦੀਦਾਰ। ਕਿ ਬੰਦਾ ਤੇ ਉਹੀ ਹੈ ਨਾ ਜਿਹੜਾ ਬੰਦਗੀ ਕਰਦਾ ਹੈ। ਭਾਈ ਸ਼ਰੀਅਤ ਮੁਬਾਰਕ ਹੈ, ਤੂੰ ਧਰਮ ਦੀ ਸ਼ਰ੍ਹਾ ਵਿੱਚ ਆ, ਧਰਮ ਧਾਰਨਾ ਮੁਬਾਰਕ ਹੈ, ਪਰ ਧਰਮੀ ਹੋ ਜਾਣਾ ਇੱਕ ਬਾਤ ਵੱਖਰੀ ਹੈ। ਧਰਮ ਧਾਰਨ ਕਰ ਲੈਣਾ ਇਹ ਕਨਸੈਪਟ ਪਹਿਲਾ ਹੈ, ਪਹਿਲੀ ਕਲਾਸ ਹੈ, ਪਰ ਧਰਮੀ ਬਣ ਜਾਣਾ ਉਹ ਬਾਤ ਇੱਕ ਵੱਖਰੀ ਹੈ। ਜਿਸ ਤਰ੍ਹਾਂ ਇੱਕ ਕਲਾਸ 'ਚ 60 ਬੱਚੇ ਨੇ, ਟੀਚਰ ਉਪਦੇਸ਼ ਦੇ ਰਿਹਾ, ਪਰ ਅੱਗੇ ਕੌਣ ਜਾਂਦੇ ਆ ਜਿਹੜੇ ਪਾਸ ਹੁੰਦੇ ਆ ਜਾਂ ਮੈਰਿਟ ਪ੍ਰਾਪਤ ਕਰਦੇ ਆ, ਨਾ ਉਹਨਾਂ ਦੇ ਆਉਂਦੇ ਜਿਹੜੇ 60 ਹੈ ਉਹ ਪਿਛਾਂ ਰਹਿ ਜਾਂਦੇ। ਬਾਕੀ ਉਹਨਾਂ 'ਚੋਂ ਪ੍ਰਵਾਨ ਤੇ ਉਹੀ ਹੋਏ ਨਾ ਜਿਹੜੇ ਪਾਸ ਹੋ ਗਏ ਜਿਨ੍ਹਾਂ ਨੇ ਮਿਹਨਤ ਕਰ ਲਈ ਹੈ। ਇਸੇ ਤਰ੍ਹਾਂ ਧਰਮ ਹੈ, ਧਰਮ ਧਾਰਨ ਤੇ ਕਰ ਲੈਣਾ ਮੁਬਾਰਕ ਹੈ, ਪਰ ਜੇ ਧਰਮ ਦੀ ਸ਼ਰ੍ਹਾ ਨੂੰ ਧਾਰਨ ਨਹੀਂ ਕੀਤਾ, ਮਰਿਆਦਾ ਵਿੱਚ ਨਹੀਂ ਆਇਆ, ਫਿਰ ਆਖਿਆ ਤੇਰਾ ਜੀਵਨ ਨਹੀਂ ਬਦਲੇਗਾ। ਇਸੇ ਨੂੰ ਇਸਲਾਮ ਦੀ ਭਗਤ ਕਬੀਰ ਸਾਹਿਬਾਨ ਨੇ ਕਿਹਾ ਕਿ ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ, ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਆਖਿਆ ਜੇ ਕੰਨ ਮੁਸੱਲਾ ਤੇਰੇ ਕੰਧੇ ਤੇ ਮੁਸੱਲਾ ਹੈ ਤੇਰੇ ਕੋਲ, ਕੰਨ ਮੁਸੱਲਾ ਸੂਫ ਗਲ, ਸੂਫੀਆਂ ਵਾਲਾ ਲਿਬਾਸ ਪਾਇਆ, ਇਹ ਸੂਫ ਤੋਂ ਸੂਫੀ ਲਫ਼ਜ਼ ਬਣੇ। ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ, ਤੇ ਆਖਿਆ ਦਿਲ ਵਿੱਚ ਤੇ ਤੇਰੇ ਕੈਂਚੀ ਚੱਲ ਰਹੀ ਹੈ। ਗੁੜਵਾਤ ਬਾਹਰੋਂ ਗੁੜ ਵਰਗੀਆਂ ਮਿੱਠੀਆਂ ਗੱਲਾਂ ਨੇ, ਤੇਰੀਆਂ ਚੋਪੜੀਆਂ ਨੇ, ਧਰਮ ਦੀਆਂ ਮਾਤਾਂ ਨੇ। ਬਾਹਰ ਦਿਸੈ ਚਾਨਣਾ, ਬਾਹਰ ਦਿਸ ਰਿਹਾ ਧਰਮ ਨਹੀਂ, ਪਰ ਦਿਲ ਅੰਧਿਆਰੀ ਰਾਤ, ਅੰਦਰ ਤੇ ਹਨੇਰ ਘੁੱਪ ਬਣੇ, ਅੰਦਰ ਤੇ ਚਾਨਣ ਨਹੀਂ। ਇਸੇ ਨੂੰ ਗੁਰਮਤਿ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ, ਅੰਦਰ ਫੈਲ 68 ਤੀਰਥ ਜੀ ਨਾਵੇਂ ਉਤਰੇ ਨਾਹੀ, ਮੈਲ ਦੀ ਬਾਤ ਸਤਿਗੁਰਾਂ ਨੇ ਕੀਤੀ ਹੈ। ਫਿਰ ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਦੱਸਿਆ ਵੀ ਜਦੋਂ ਸਨਾਤਨੀ ਕੋਈ ਭਰਾ ਧਰਮ ਧਾਰਨ ਕਰਦਾ ਤੇ ਬ੍ਰਾਹਮਣ ਜੀ ਲਿਆ ਕੇ, ਕਿਉਂਕਿ ਬ੍ਰਾਹਮਣ ਜੀ ਗੁਰੂ ਨੇ ਉਹਨਾਂ ਦੇ, ਉਹ ਲਿਆ ਕੇ ਜਨੇਊ ਗਲ ਪਾਉਂਦਾ। ਪਾਤਸ਼ਾਹ ਕਹਿੰਦੇ ਕਿ ਹਿੰਦੂ ਕੇ ਕਰ ਹਿੰਦੂ ਆਵੈ, ਸੂਤ ਜਨੇਊ ਪੜ੍ਹ ਕਲ ਪਾਵੈ। ਆਖਿਆ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਤੂੰ ਸੂਤ ਪਾਉਣਾ ਪਾਪ ਜਨੇਊ ਧਾਰਨਾ, ਪਾਪ ਧਰਮ ਧਾਰਨ ਕਰ ਲਿਆ, ਜੇ ਅੰਦਰੋਂ ਬੁਰਾਈਆਂ ਕਦਮ ਨਾ ਹੋਏਗਾ ਤੇ ਤੇਰਾ ਨਾਤਾ ਧੋਤਾ ਥਾਏ ਨਾ ਪਾਈ, ਤੇਰਾ ਤੀਰਥਾਂ ਤੇ ਜਾ ਕੇ ਨਹਾਉਣਾ ਵੀ, ਤੇਰੇ ਇਹ ਧਾਰਮਿਕ ਕਰਮ ਤੇਰੇ ਅਸਫਲ ਨੇ। ਇਸੇ ਤਰ੍ਹਾਂ ਸਾਨੂੰ ਆਖਿਆ ਗੁਰੂ ਨਾਨਕ ਸਾਹਿਬ ਨੇ ਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਸੁਧਾ ਕਾਲੀਆਂ, ਬਾਹਰੋਂ ਚਿਕਨੀਆਂ, ਰੀਸਾਂ ਕਰੇ ਤਨਾੜੀਆਂ, ਜੋ ਸਿਵੈ ਦਰ ਖੜੀਆਂ। ਰੀਸਾਂ ਜ਼ਰੂਰ ਨਹੀਂ ਕਰਦੇ, ਪਰ ਦਿਲ ਅੰਧਿਆਰੀ ਰਾਤ, ਬਾਹਰ ਦਿਸੇ ਚਾਨਣਾ, ਅੰਦਰ ਦੇ ਹਨੇਰ ਕੋਪਣੇ ਹੈ। ਆਖਿਆ ਇਹ ਧਾਰਮਿਕ ਮੰਦਰ ਇਸੇ ਲਈ ਸਨ ਕਿ ਮਨੁੱਖ ਧਾਰਮਿਕ ਹੋ ਜਾਂਦਾ। ਨਮਸਕਾਰ ਉਹਨਾਂ ਦੇ ਚਰਨਾਂ ਤੇ ਜਿਹੜੇ ਧਾਰਮਿਕ ਹੋ ਗਏ। ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਇਆ, ਅਜੇ ਤੇ ਕੋਈ ਦਾਵਾ ਨਹੀਂ ਹੈ ਨਾ, ਅਜੇ ਨਈਆ ਸਾਡੀ ਦਰਿਆ ਦੇ ਵਿਚਕਾਰ ਹੈ। ਇਹਦੇ ਲਈ ਅਰਦਾਸ ਕਰ ਸਕਦੇ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਉਹਨਾਂ ਮਤਾਂ ਦੇ ਧਾਰਮਿਕ ਆਗੂਆਂ ਦੀ ਬਾਤ ਕਰਦੇ ਹੋਏ ਹਜ਼ੂਰ ਬਖਸ਼ਿਸ਼ ਕਰਦੇ ਕਿ ਸ਼ਰਾਵਕ ਸੁਧ ਸਮੂਹ ਸਿਧਾਂਤ ਕੇ। ਸ਼ਰਾਵਕ ਉਹਨਾਂ ਨੂੰ ਪਾਤਸ਼ਾਹ ਨੇ ਆਖਿਆ ਕਿ ਜੈਨੀ ਲੋਕ ਬੁੱਧ ਧਰਮ ਦੇ ਜਿਹੜੇ ਭਿਕਸ਼ੂ ਸਨ, ਉਹਨਾਂ ਦਾ ਕਰਮ ਕੀ ਸੀ? ਉਹ ਘਰ ਘਰ ਜਾ ਕੇ ਇੱਕ ਤੇ ਸੰਦੇਸ਼ ਬੁੱਧ ਧਰਮ ਦਾ ਦਿੰਦੇ ਸਨ, ਪ੍ਰਚਾਰ ਕਰਦੇ ਸਨ ਭਿਕਸ਼ੂ, ਇੱਕ ਉਹ ਮੰਗ ਕੇ ਖਾਂਦੇ ਸਨ। ਆਖਿਆ ਹੈ ਤੇ ਇਹ ਧਾਰਮਿਕ ਲੋਕ ਨੇ। ਪਾਤਸ਼ਾਹ ਕਹਿੰਦੇ ਮੈਂ ਜੈਨੀ ਤੇ ਬੁੱਧ ਧਰਮ ਦੇ ਜਿੰਨੇ ਵੀ ਸਾਧੂ ਨੇ ਉਹਨਾਂ ਦੀ ਬਾਤ ਕਰ ਰਹੇ ਹਾਂ। ਸ਼ਰਾਵਕ ਸ਼ੁੱਧ ਸਮੂਹ ਸਿਧਾਂਤ ਕੀ, ਸ਼ੁੱਧ ਦਾ ਅਰਥ ਹੈ ਪਵਿੱਤਰ ਆਤਮਾ, ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਸ਼ੁੱਧ ਕਰ ਲਿਆ ਹੈ। ਸਮੂਹ ਸਿਧਾਂਤ ਕੇ ਤੇ ਸਿਧਾਂਤ ਤੋਂ ਭਾਵ ਕਿ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ, ਜਿਹੜੇ ਜੋਗੀ ਬਣ ਗਏ ਨੇ। ਪਾਤਸ਼ਾਹ ਕਹਿੰਦੇ ਦੇਖ ਫਿਰਿਓ ਘਰ ਜੋਗ ਜਤੀ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਮੈਂ ਉੱਗੇ ਹੋਏ ਜੋਗੀਆਂ ਦੇ ਟੋਲੇ, ਜੋਗੀਆਂ ਤੇ ਬ੍ਰਹਮਚਾਰੀਆਂ ਨੂੰ ਸਾਰਿਆਂ ਨੂੰ ਵੇਖ ਆਇਆ ਮੈਂ ਘਰ ਘਰ ਜਾ ਕੇ, ਭਾਵ ਉਹਨਾਂ ਦੇ ਜੀਵਨ ਦੀ ਰਹਿ ਵੇਖ ਆਇਆ। ਧਾਰਮਿਕ ਲਿਬਾਸ ਤੇ ਧਾਰਨ ਕਰ ਲਏ ਨੇ, ਪਰ ਅੰਦਰ ਧਰਮ ਦੀ ਚਿੰਗ ਨਹੀਂ ਜਾਗੀ, ਦਿਲ ਅੰਧਿਆਰੀ ਰਾਤ ਹੈ। ਪਾਤਸ਼ਾਹ ਕਹਿੰਦੇ ਸ਼ਰਾਵਕ ਸੁਧ ਸਮੂਹ ਸਿਧਾਂਤ ਕੀ, ਦੇਖ ਫਿਰਿਓ ਘਰ ਜੋਗ ਜਤੀ ਕੇ। ਆਖੇ ਜਿਹੜੇ ਜੋਗੀ ਨੇ
ਤੇ ਜਿਹੜੇ ਜਤੀ ਨੇ ਜਿਨ੍ਹਾਂ ਨੇ ਆਖਿਆ ਵੀ ਅਸੀਂ ਸੰਸਾਰ ਨੂੰ ਛੱਡ ਦਿੱਤਾ, ਅਸੀਂ ਨਿਰਮੋਹ ਹੋ ਗਏ ਹਾਂ, ਅਸੀਂ ਇਸਤਰੀ ਦਾ ਪਰਿਵਾਰ ਦਾ ਤਿਆਗ ਕਰ ਦਿੱਤਾ, ਅਸੀਂ ਜੋਗੀ ਜਤੀ ਬਣ ਗਏ ਹਾਂ। ਪਾਤਸ਼ਾਹ ਕਹਿੰਦੇ ਮੈਂ ਉਹਨਾਂ ਸਾਰਿਆਂ ਨੂੰ ਤੱਕ ਕੇ ਆ ਗਿਆ ਹਾਂ, ਭਾਵ ਉਹਨਾਂ ਦੇ ਜੀਵਨ ਨੂੰ ਮੈਂ ਵੇਖ ਚੁੱਕਿਆ ਹਾਂ ਜੀ। ਸੂਰ ਸੁਰਾਰਗਨ ਸੁਧ ਸੁਦਾਇ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ। ਹਜ਼ੂਰ ਨੇ ਕਿਹਾ ਸੂਰ, ਸੂਰ ਤੋਂ ਭਾਵ ਸੂਰਮੇ, ਸੁਰਾਰਦਨ ਪਾਤਸ਼ਾਹ ਨੇ ਕਿਹਾ ਸੁਰਾਰਦਨ, ਸੁਰ ਆਰਦਨ ਤੋਂ ਭਾਵ ਦੇਵਤਿਆਂ ਨੂੰ ਮਾਰਨ ਵਾਲੇ ਜਿਹੜੇ ਦੈਂਤ ਨੇ, ਆਖਿਆ ਸੂਰਮੇ ਤੇ ਜਿਹੜੇ ਦੇਵਤਿਆਂ ਨੂੰ ਮਾਰਨ ਵਾਲੇ ਜਿਹੜੇ ਦੈਂਤ ਨੇ ਸੁਰਾਰਦਨ, ਸ਼ੁੱਧ ਸੁਧਾਦਿਕ, ਫਿਰ ਆਖਿਆ ਸ਼ੁੱਧ ਜਿਹੜੇ ਪਵਿੱਤਰ ਆਤਮਾ ਨੇ, ਸੁਧਾਦਿਕ ਤੋਂ ਭਾਵ ਸੁੱਧ ਤੋਂ ਭਾਵ ਅੰਮ੍ਰਿਤ, ਸੁਧਾਦਿਕ ਅੰਮ੍ਰਿਤ ਪੀਣ ਵਾਲੇ, ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਰੂਪ ਅੰਮ੍ਰਿਤ ਜਿਨ੍ਹਾਂ ਨੇ ਪੀ ਲਿਆ ਹੈ, ਜਿਨ੍ਹਾਂ ਦਾ ਜੀਵਨ ਪਵਿੱਤਰ ਅੰਮ੍ਰਿਤ ਬਣ ਗਿਆ। ਸੰਤ ਸਮੂਹ ਅਨੇਕ ਮਤੀ ਕੇ, ਆਖਿਆ ਤੇ ਹੋਰ ਅਨੇਕਾਂ ਮਤਾਂ ਦੇ ਜਿੰਨੇ ਵੀ ਸੰਤ ਨੇ, ਉਹਨਾਂ ਸੰਤਾਂ ਦੇ ਜਿੰਨੇ ਵੀ ਟੋਲੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਸਾਰਿਆਂ ਨੂੰ ਵੇਖ ਕੇ ਆ ਗਿਆ ਹਾਂ ਜੀ। ਸਾਰੇ ਹੀ ਦੇਸ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨਪਤੀ ਕੇ। ਪਾਤਸ਼ਾਹ ਕਹਿੰਦੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ, ਇਹ ਜਿੰਨੇ ਵੀ ਸਾਰੇ ਮਤ ਨੇ, ਜਿੰਨੇ ਵੀ ਇਹ ਦੇਸ਼ ਦੇ ਮਤ ਮਤੰਤਰ ਧਾਰਮਿਕ ਆਗੂ ਨੇ, ਮੈਂ ਸਾਰਿਆਂ ਨੂੰ ਵੇਖ ਰਿਹਾ। ਮਤ ਕੋ ਨਾ ਦੇਖੀਅਤ ਪ੍ਰਾਨਪਤੀ ਕੇ, ਆਖਿਆ ਇਹਨਾਂ ਚੋਂ ਕਿਸੇ ਨੂੰ ਵੀ ਪ੍ਰਾਣਾਂ ਦੇ ਪਤੀ ਪਰਮੇਸ਼ਰ ਨੂੰ ਮਿਲਣ ਦੀ ਚਾਹਤ ਨਹੀਂ। ਇਹ ਕੇਵਲ ਧਰਮ ਧਾਰਨ ਕੀਤਾ ਲੋਕਾਂ ਦੀ ਸ਼ੌਹਰਤ ਲਈ, ਲੋਕ ਸਾਡੀ ਪੂਜਾ ਕਰਨ, ਅਸੀਂ ਧਾਰਮਿਕ ਆਗੂ ਹਾਂ, ਸਾਡੀ ਮਾਣ ਵਡਿਆਈ ਤੇ ਪ੍ਰਤਿਸ਼ਠਾ ਹੋ ਜਾਏ, ਇਸ ਵਾਸਤੇ ਲੋਕ ਧਾਰਮਿਕ ਬਣ ਗਏ। ਬਹੁਤਾਤ ਰਾਜਨੀਤਿਕ ਲੋਕ ਉਹ ਧਾਰਮਿਕ ਬਣਦੇ, ਸਾਡੀ ਪੂਜਾ ਪ੍ਰਤਿਸ਼ਠਾ ਹੋਵੇ, ਲੋਕ ਸਾਨੂੰ ਚੰਗਾ ਕਹਿਣ। ਜਦ ਲੋਕ ਕੀ ਕਰਦੇ ਆ, ਹੌਲੀ ਹੌਲੀ ਸਮਾਜ ਵਿੱਚ ਆ ਕੇ ਕਿਸੇ ਸਮਾਜਿਕ ਸੰਸਥਾ ਦੇ ਆਗੂ ਬਣਨਗੇ, ਹੌਲੀ ਹੌਲੀ ਗੁਰਦੁਆਰੇ ਦੇ, ਫਿਰ ਹੌਲੀ ਹੌਲੀ ਉਹ ਅੱਗੇ ਰਾਜਨੀਤਿਕ ਜਾਣ ਦਾ ਯਤਨ ਕਰਦੇ ਵੀ ਲੋਕਾਂ ਚੋਂ ਅਸੀਂ ਮੰਨੇ ਗਏ ਆ, ਲੋਕ ਨਾਲ ਤੁਰਨ ਲੱਗ ਪਏ, ਉਹ ਸਹਾਰਾ ਲੈਂਦੇ ਆ ਧਰਮ ਦਾ। ਧਾਰਮਿਕ ਲੋਕ ਉਹ ਰਾਜਨੀਤਿਕ ਤੱਕ ਪਹੁੰਚਣ ਦਾ ਉਹਨਾਂ ਦਾ ਯਤਨ ਹੈ, ਤੇ ਰਾਜਨੀਤਿਕਾਂ ਦਾ ਧਰਮ ਤੱਕ ਪਹੁੰਚਣ ਦਾ ਯਤਨ ਹੈ। ਇਹੀ ਕਾਰਨ ਬਣਿਆ ਅੱਜ ਦੋਵੇਂ ਡਗਮਗਾ ਗਏ ਨੇ, ਦੋਵੇਂ ਪੱਖ। ਰਾਜਨੀਤੀ ਵਿੱਚ ਧਰਮ ਨਹੀਂ ਰਿਹਾ, ਧਰਮ ਹੀ ਹੈ ਜਿਹੜੇ ਉਹ ਧਰਮ 'ਚ ਪਰਪੱਕ ਨਹੀਂ ਰਹੇ, ਉਹ ਰਾਜਨੀਤੀ 'ਚ ਉਤਰ ਆਏ। ਰਾਜਨੀਤਿਕ ਧਰਮ ਹੀ ਨਹੀਂ ਬਣ ਸਕਿਆ, ਧਰਮ ਹੀ ਰਾਜਨੀਤਿਕ ਨਹੀਂ ਬਣ ਸਕਿਆ, ਦੋਨੋਂ ਅੱਧ ਵਿਚਾਲੇ ਨੇ। ਤਾਂ ਇਹ ਇੱਕੋ ਚਾਹਤ ਸੀ ਕਿ ਦੁਨੀਆ 'ਚ ਕਬੂਲ ਪੈ ਜਾਈਏ। ਚਾਹਤ ਇਹ ਨਹੀਂ ਸੀ ਵੀ ਅਸੀਂ ਕਰਤੇ ਪੁਰਖ ਦੇ ਦਰ ਕਬੂਲ ਪੈ ਜਾਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚਾਹਤ ਇਹ ਸੀ ਵੀ ਸੰਸਾਰ ਸਾਡੀ ਵਡਿਆਈ ਕਰੇ, ਲੋਕ ਸਾਡੇ ਨਾਲ ਤੁਰਨ, ਲੋਕਾਂ ਅੰਦਰ ਸਾਡੀ ਵਾਹਵਾ ਹੋਵੇ, ਇਸ ਸੰਸਾਰ ਦੀ ਵਾਹਵਾ ਵਾਸਤੇ ਧਾਰਮਿਕ ਬਣੇ ਤੇ ਸੰਸਾਰ ਦੀ ਵਾਹਵਾ ਲਈ ਰਾਜਨੀਤਿਕ ਬਣੇ। ਪਰ ਗੁਰਦੇਵ ਕਹਿੰਦੇ ਮੈਂ ਸਾਰਾ ਸੰਸਾਰ ਵੇਖਿਆ, ਮਤ ਕੋ ਨਾ ਦੇਖੀਏ ਤੇ ਪ੍ਰਾਣਪਤੀ ਕੇ, ਮੈਂ ਕਿਸੇ ਵੀ ਮਤ ਦਾ ਮਨੁੱਖ ਨਹੀਂ ਵੇਖਿਆ ਜਿਹਦੇ ਅੰਦਰ ਪ੍ਰਾਣਪਤੀ ਨੂੰ ਮਿਲਣ ਦੀ ਚਾਹਤ ਹੋਵੇ, ਜਿਹਦੇ ਅੰਦਰ ਪਰਮਾਤਮਾ ਦੇ ਮਿਲਣ ਦੀ ਚਾਹਤ ਹੋਵੇ। ਇਹ ਮਤਾਂ ਦੇ ਝਗੜੇ ਵੇਖੋ, ਅੱਜ ਜਿੰਨੇ ਵੀ ਮਤ ਨੇ, ਹਰ ਮਤ ਇੱਕ ਦੂਜੇ ਦੀ ਨਿੰਦਿਆ ਕਰ ਰਿਹਾ, ਦੂਸਰੇ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ। ਉਹ ਕਹਿੰਦਾ ਸਾਡੇ ਮਤ ਜਾਓ, ਸਾਡਾ ਮਤ ਸ੍ਰੇਸ਼ਟ ਹੈ। ਉਹ ਕਹਿੰਦਾ ਸਾਡਾ ਧਰਮ ਸ੍ਰੇਸ਼ਟ ਹੈ, ਸਾਡੇ ਕੋਲ ਆਓ। ਉਹ ਕਹਿੰਦਾ ਸਾਡੇ ਮੰਦਰ ਤੇ ਸਾਡੇ ਗੁਰਦੁਆਰੇ ਸ੍ਰੇਸ਼ਟ ਨੇ। ਸਾਧਾਂ ਦੇ ਲਾਣੇ ਕਹਿੰਦੇ ਸਾਡੇ ਡੇਰੇ ਜਾਓ, ਇੱਥੇ ਕਰਾਮਾਤ ਵਾਪਰਦੀ ਹੈ। ਉਹ ਕਹਿੰਦੇ ਜੀ ਇੱਥੇ ਪ੍ਰਤੱਖ ਗੁਰੂ ਨਾਨਕ ਸਾਹਿਬ ਹੈ, ਨਾਨਕ ਸਰੀਏ ਕਹਿੰਦੇ ਇੱਥੇ ਗੁਰੂ ਨਾਨਕ ਸਾਹਿਬ ਦਾ ਨਿਵਾਸ ਹੈ। ਤੋ ਕਹਿਣ ਤੋਂ ਮਹਾਰਾਜ ਹਰ ਕੋਈ ਇੱਕ ਦੂਜੇ ਤੋਂ ਦੌੜ ਅੱਗੇ ਹੈ, ਦੁਨੀਆ ਦੀ ਸ਼ੌਹਰਤ ਦੀ, ਰੱਬ ਦਾ ਨਾਂ ਦੀ ਬਾਤ ਕਿਤੇ ਨਹੀਂ, ਰੱਬ ਦੇ ਨਾਂ ਦੀ ਗੱਲ ਨਹੀਂ ਰਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਵੇਖ ਰਿਹਾ ਸਾਰੇ ਮਤ ਕੋ ਨਾ ਦੇਖੇ ਤੇ ਪ੍ਰਾਣਪਤੀ ਕੇ, ਕਿਸੇ ਨੂੰ ਪ੍ਰਾਣਾ ਦਾ ਪਤੀ ਤੇ ਚੇਤੇ ਨਹੀਂ ਹੈ। ਹਰ ਡੇਰੇ ਵਾਲੇ ਨੂੰ ਇਹ ਵੀ ਅਸੀਂ ਪੂਰਨਮਾਸ਼ੀ ਮਨਾਉਂਦੇ, ਸੰਗਤ ਇੱਥੇ ਠਾਠਾ ਮਾਰਦਾ ਇਕੱਠ ਹੋਣਾ ਚਾਹੀਦਾ। ਉਹਦੇ ਲਈ ਸਹਾਰਾ ਭਾਵੇਂ ਰਾਜਨੀਤਿਕ ਆਗੂ ਸੱਦਣਾ ਪਵੇ, ਉਹਦੇ ਲਈ ਸਹਾਰਾ ਭਾਵੇਂ ਚੋਟੀ ਦਾ ਰਾਗੀ ਸੱਦਣਾ ਪਵੇ ਜਾਂ ਪ੍ਰਚਾਰਕ ਸੱਦਣਾ ਪਵੇ, ਭਾਵੇਂ ਚੰਗਾ ਲੰਗਰ ਬਣਾਉਣਾ ਪਵੇ, ਸੰਗਤ ਲੰਗਰ ਤੇ ਆ ਜਾਂਦੀ ਹੈ। ਕਿਉਂਕਿ ਤਿੰਨ ਚੀਜ਼ਾਂ 'ਚ ਅਸੀਂ ਵੀ ਉਲਝ ਗਏ ਹਾਂ। ਖਿਮਾ ਕਰਿਓ ਮੈਨੂੰ, ਦਾਸ ਵੀ ਬੇਨਤੀ ਕਰਦਾ ਹੁੰਦਾ। ਸੰਗਤ ਵੇਂਦੀ ਲੰਗਰ 'ਚ ਕੀ ਆਇਆ, ਪ੍ਰਬੰਧਕ ਕਹਿੰਦੇ ਗੋਲਕ 'ਚ ਕੀ ਆਇਆ, ਮੇਰੇ ਵਰਗਾ ਪ੍ਰਚਾਰਕ ਕਹਿੰਦਾ ਮੇਰੇ ਲਿਫਾਫੇ 'ਚ ਕੀ ਆਇਆ, ਵਿਰਲੇ ਨੇ ਜਿਹੜੇ ਕਹਿੰਦੇ ਗੁਰੂ ਕਾ ਹੁਕਮ ਕੀ ਆਇਆ। ਸੱਚ ਜਾਣਿਓ ਧਰਮ ਇੱਥੋਂ ਸ਼ੁਰੂ ਹੁੰਦਾ ਜਦੋਂ ਗੁਰੂ ਦੇ ਹੁਕਮ ਤੱਕ ਸਾਡੀ ਸੋਚ ਸਬਰ ਕਰ ਜਾਏਗੀ। ਇਹੀ ਬਾਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਤ ਕੋ ਨਾ ਦੇਖੇ ਤੇ ਪ੍ਰਾਣਪਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ। ਆਗੇ ਸਾਰੇ ਦੇਸ਼ ਦਾ ਭ੍ਰਮਣ ਕਰ ਲਿਆ, ਮੈਂ ਸਾਰਿਆਂ ਕੋਲ ਜਾ ਕੇ ਆ ਗਿਆ, ਸੱਚ ਕਿਸੇ ਕੋਲ ਰਿਹਾ ਨਹੀਂ। ਇਸੇ ਨੂੰ ਭੱਟ ਸਾਹਿਬਾਨ ਨੇ ਕਹਿ ਰਹੇ ਹੋ ਸੰਤ ਹੋਂ ਢੋਲ ਸਾਧ ਬਹੁ ਤੇਰੇ ਡਿਠੇ। ਭੱਟ ਸਾਹਿਬਾਨ ਜਦੋਂ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਆਏ, ਉਹਨਾਂ ਆਖਿਆ ਗੁਰੂ ਰਾਮਦਾਸ ਸਾਹਿਬ ਤੁਹਾਡੇ ਦਰ ਤੋਂ ਪਹਿਲਾਂ ਸੱਚ ਦੀ ਪ੍ਰਾਪਤੀ ਦੀ ਚਾਹਨਾ ਸੀ,
1 ਸਾਲ ਫਿਰਦੇ ਨੇ ਦਰ ਬਦਰ ਸਾਧਾਂ ਦੇ ਡੇਰਿਆਂ ਤੇ। ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪੱਸਈ ਮੁਖੋਂ ਇਹ ਪੰਡਤ ਮਿੱਠੇ। ਵੱਡੇ ਵੱਡੇ ਸੰਨਿਆਸੀ ਜਿਨ੍ਹਾਂ ਨੇ ਸੰਨਿਆਸ ਧਾਰਨ ਕਰ ਲਿਆ, ਅਸੀਂ ਤੇ ਸੰਸਾਰ ਤੋਂ ਸੰਨਿਆਸੀ ਹੋ ਗਏ। ਸੰਨਿਆਸੀ ਤਪੱਸਈ ਵੱਡੇ ਵੱਡੇ ਤਪ ਕਰਨ ਵਾਲੇ ਤਪੱਸਵੀਆਂ ਕੋਲ ਗਏ। ਮੁਖੋਂ ਇਹ ਪੰਡਤ ਮਿੱਠੇ, ਤੇ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਗਿਆਨਵਾਨ ਪੰਡਤਾਂ ਕੋਲ ਵੀ ਗਏ। ਬਰਸ ਏਕ ਹੋ ਫਿਰਿਓ ਕਿਨੈ ਨਾ ਪਰਚੋ ਲਾਇਓ। ਪਰਸਵਣ ਕਹਿੰਦੇ ਵੀ 1 ਸਾਲ ਅਸੀਂ ਫਿਰਦੇ ਰਹੇ ਦਰ ਦਰ, ਹਰ ਡੇਰੇ ਤੇ ਗਏ, ਬ੍ਰਹਮਚਾਰੀਆਂ ਕੋਲ, ਸਾਧੂਆਂ ਕੋਲ, ਸੰਨਿਆਸੀਆਂ ਕੋਲ, ਪੰਡਤਾਂ ਕੋਲ ਗਏ। ਬਰਸ ਏਕ ਹੋ ਫਿਰਿਓ ਕਿਨੈ ਨਾ ਪਰਚੋ ਲਾਇਓ। ਇਹ ਮਨ ਦੀ ਤਸੱਲੀ ਨਾ ਕਰਾ ਸਕਿਆ ਕੋਈ। कहते कहती सुनी रहत को खुशी न आयो। कहती सुनी, गल्लां ते बड़ियां कहियां उन्होंने, बड़े विख्यान कीते। धर्म की व्याख्या हर मनुख बड़ी चंगी दे लैंदा। किसी मनुख नाल तुसीं बात करो, वो 10 मिनट तुहानूं इन्नी सोहनी व्याख्या धर्म की देगा, तुहाडा जी करेगा इहदे पैरां ते सिजदा करन। हर मनुख ज्ञान रखदा धर्म दा। आखिया कहती सुनी पर रहत को खुशी ना आयो। जीवन की रहत वेख के मन प्रसन्न ना होया। रहत की सी लुटन तक सीमित सन। दुनिया का शोषण हो रहा, धार्मिक तौर पर कर रहे हैं धार्मिक आगू, संसार में चल रहा है। ये गुरु नानक साहब का शुकराना करिए। एक गुरमत का धर्म सानू दिता, आपन हथी आपना आपे ही काज, सवारी का सिद्धांत सानू दिता। भलिया तेरे लिए किसी का कीता कुछ नहीं होना, अपना आपना आपा तेनू आप सवारना पैना है। तो बादशाह ने पातशाह बन के बरस एक हो फिरो किना ना परचो लायो। कहती सुनी रहत को खुशी ना आयो। हर नाम छोड़ दूजे लगे। आख्या ये नाम नूं छड्ड के दूजे भाव माया विच लगे ने, हौमे विच लगे ने। हौमे है ना, मैं वड्डा ब्रह्म ज्ञानी, मेरा डेरा वड्डा है, मेरी संगत वड्डी है, साडे समागम वड्डे हुंदे ने। ये हौमे विच पै गए ने सारे जी। पातशाह ने कहा ये सारा संसार हौमे च सफर कर रहा है। एक राजनीतिक भी हौमे च, एक धार्मिक हौमे च, एक अमरदारी भी हौमे च हो गया, एक आम मनुख भी हौमे च। जे धर्म धार्मिक होने तो बाद भी हौमे है, तो भाव अजे अंदर चिणक धर्म की जागी नहीं, अजे ज्ञान धर्म का आया नहीं, अजे सुरत ने सफर नहीं आरंभ किया। क्योंकि ये सुरत का पैंडा है धर्म। पहला धर्म खंड प्रवेश है, फिर ज्ञान खंड है, फिर जिहड़ा श्रम खंड है, फिर कर्म खंड, फिर सचखंड है। अजे सुरत का पैंडा नहीं, अजे तन ने धर्म धारण किया है। मुबारक है, नमस्कार, ये एडमिशन है। इस तो अगे सलीबस है। अजे तो बच्चा स्कूल गया है, बैग मिल गया, किताबां मिल गई ने, टिफन मिल गया है, उन्होंने पता नहीं किताबों लिखिया कि अजे बोध नहीं, अजे पहला दिन वर्दी मिल गई, ड्रैस कोड मिल गया। इसी तरह ये धर्म के चिन्ह धारण करने ड्रैस कोड है। इस तो अगे रूटीन है। हुण बच्चा को 20 साल लगातार स्कूल को 15 साल गया है, तो एक डॉक्टर का जन्म होया, एक इंजीनियर का जन्म होया, एक लैक्चरार का जन्म होया। साधना है, एवं नहीं बनता। डिग्रियां इस तरह नहीं मिलती। इसी तरह आए असी सारे सिख इत्थे आके गुरमुख बनना, संत बनना, तत बेटा ब्रह्म ज्ञानी ते खालसा बन जाना, ये डिग्रियां ने, ये एवं नहीं मिलदियां। ये आप गवाई है, ताश पाई है, और कैसी चतुराई इत्थे कमाई है। तो गुरु गोबिंद सिंह महाराज बख्शिश कर रहे उन्होंने मता मतांतरां दी। इन्होंने पाठ साहब ने आख्या कहती सुनी रहत को खुशी ना आयो। हर नाम छोड़ दूजे लगे, दिन के गुण हो क्या कहूँ। गुर दही मिलायो भिखिया, जिव तू रखे तिव रहो। आखे साडे ते गुरु ने मेहर की, गुरु रामदास का मिलाप हो गया। तो हुण अरदास है, जिव तू रखे तिव रहो। सानू ये भटकदियां नूं ये श्रेष्ठ रस्ता मिल गया। एक उत्तम पंथ सुनियो गुर संगत, उत्तम पंथ श्रेष्ठ रस्ता मिल गया। केड़ा? गुर संगत, गुरु की संगत। तेह मिलंत, ये मिल के संगत विच आके जम त्रास मिटाई। इत्थे वहम भरम कर्म कांड पखंडा के डर से खत्म होए, इत्थे आके जमां दा भी डर मुक गया। तेह मिलंत जम त्रास मिटाई। ते हुण अरदास है, एक अरदास पाठ कीरत की, गुर रामदास राखो शरणाई। ते अरदास है, गुरु रामदास तेरी शरण आए हैं, हुण सानू अपनी शरण विच रख दिओ। क्योंकि सारे दर वेख के आ गए हैं। भाई गोबिंद सिंह कहते सगल द्वार को छड़ के गहे हो तुहारो द्वार, बाह गहे की लाज आस,
गोबिंद दास तुहार मेरे मालिक मैं तुहाडे दर आ गया। तो सहबे कमाल गुरु गोबिंद सिंह महाराज कह रहे हैं कि मैं सारे को होके आ गया, सारे ही देश को देख रहे हो मत, मैं सारे ही देश की मता ते मतांतरा में ताके आ गया, को ना देखिए प्राणपति के आख्या मैं सारे वेख्या कोई भी मत जिंद के मालिक परमात्मा का नहीं दिसदा। हर मत कहता साडा अपना मत है, कोई नहीं कहता असी परमात्मा दे हैं, कोई नहीं कहता असी गुरु नानक दे हैं, कोई नहीं कहता असी गुरु गोबिंद सिंह महाराज के सिख हाँ, कोई नहीं कहता असी गुरु ग्रंथ साहिब महाराज जी के सिख हाँ। ये सिखा में वंडियां पा दी, असी फलानी साल दे, असी फलानी संप्रदा दे, असी फलानी मत दे, असी फलानी मत दे। ये वक्खो वक् मत पैदा हो गए, असी मतां दे बन गए, असी गुरु दे नहीं होए, असी परमात्मा दे नहीं होए। जिस परमात्मा ने पैदा किया, जो जीवन देने वाला है, जो रोजी देने वाला है, जो पालन वाला है, तो जिहड़ा साह कढ़ने वाला है, ये जीव उस परमात्मा का भी नहीं होता। पातशाह कह रहे मत बहु न देखी ते प्राणपति के, इन्हां सारिਆਂ चों मैं एक भी उस कालपुरख वाहिगुरू दा मैनूं नज़र नहीं आ रहा जी। श्री भगवान की पाए कृपा होते एक रति बिन एक रति के। सतगुरु पातशाह कहते श्री भगवान की भाए कृपा होते, भाईदार ते प्रेम आख्या कि जिन्ना चिर गुरु नाल प्रेम नहीं करेगा ते गुरु की बख्शिश का पात्र नहीं बनेगा, कृपा ते रहमत श्री भगवान की भाए भाईदार ते प्रेमा भगती नहीं करेगा। कृपा होते उसकी कृपा तो बिना एक रत्ती बिन एक रत्ती के तेरी एक रत्ती भी कीमत नहीं पैनी। पहला समय तोल का एक मापदंड होंदा सी, एक रत्ती बहुत घट वस्तु को 8 चौलों के तोल को एक रत्ती कहते हैं, 8 चौलों के तोल को आख्या एक रत्ती। ते बादशाह ने कहा जे तेरे अंदर रब की इबादत नहीं है ना, श्री भगवान की भाई कृपा होते, जे तू उसकी कृपा ना की, उसकी कृपा की बख्शिश हासिल ना की, उसकी प्रेमा भगती ना की, ते आख्या फिर एक रत्ती बिन एक रत्ती के तेरी किसी संसार में किसी पासे तेरी कीमत नहीं पैनी जी। जरे जर संग अनूप उतंग सुरंग सवारे। दूसरी उदाहरण हजूर ने पहली बात पहले बंद शब्द में उन्होंने बात की सारे धार्मिक आगुआं की मतां की। हुण दूसरी राजनीतिक लोगों की गल कर रहे हैं जिहड़े उन्होंने समय के राजे ने, जिन्हां कोल दुनियावी धन दौल पदार्थों के ढेर ने, फौजां अगे पिछे ने। उन्होंने बात हजूर करते हैं कि माते मतंग जरे जर संग अनूप उतंग सुरंग सुहारे। मातेदार थे मस्त, मतंगदार थे हाथी। माते मतंग जरे जर संग, जिन्होंने सोने के शमियानिਆਂ नाल शिंगारिया होया, जरियां उन्होंने पाइया हुई ने, सोहने हाथियों के शिंगार किए, क्योंकि कपड़े की कीमत बढ़ाने वास्ते वो सोने दी दंदां पा दित्तियां जांदियां ने। वो सोने दी जरियां वाले जोड़े वस्त्र ने वो हाथियों से पाए जाते सन। राजे ने इस हाथी के सवार होना है तो वो कीमती वस्त्र गहने उन्होंने पा के हाथी को तैयार किया जाता सी। आखिर जिस राजे के कोल माते मतंग मस्त हाथी ने जरे जर संग ते उन्होंने उत्ते जरियां पाइया हुई ने सोने आदि दियां, उन्हों का शिंगार किया हुआ है। फिर बादशाह कहते अनूप उतंग सुरंग सवारे। अनूप तो भाव बेमिसाल ने, उतंग का भाव वो उच्चे कद वाले है, उतंग सवारे साजे हुए ने, तैयार किया हुआ उन्होंने तैयारी की है कि राजे ने इन्हां हाथियों से सफर करना है। आख्या भावें कोई राजा है उहदे कोल राज भाग है, उन्हें उहदे कोल बादशाह ने कहा जे सोने के गहने नाल सजाए हुए अति सुंदर हाथी होण, उन्हां कोल उच्चे कद वाले सोहणे रंगां दे नाल सजाए हुए मस्त हाथी भी होण जी। कोट तुरंग कुरंग से कूदत पौन के गौन को जात निवारे। फिर आख्या कोट तुरंग, तुरंगदार ते घोड़ा। हजूर ने आख्या एक नहीं करोड़ां घोड़े होण। उन्हां समयां अमीर लोगों कोल घोड़े ते हाथी होया करते सन। आम मनुख पैदल सफर करते सन, विरलियां कोल जिहड़े हाथी ते घोड़े होया करते सन, राजे लोगों के कोल होंदे सी। हजूर ने आख्या एक नहीं करोड़ां घोड़े होण। कोट तुरंग, कुरंग से कूदत, कुरंगदार थे हिरन। आख्या घोड़े भी इहो जे फरतीले होण, हिरना वांग छाला मारदे होण। कुरंग से कूदत पौन के गौन, आख्या हवा वांग तेज चलदे होण। जात बेचारे
ਉਹਨਾਂ ਦੀ ਸਪੀਡ ਨੂੰ ਕੋਈ ਪਕੜ ਨਾ ਸਕਦਾ ਹੋਵੇ। ਇੰਨੀ ਤਾਕਤ ਵਾਲੇ, ਇੰਨੇ ਫੁਰਤੀਲੇ ਘੋੜੇ ਹੋਣ। ਉਹਨਾਂ ਸਮਿਆਂ 'ਚ ਇਹ ਸਾਧਨ ਆਵਾਜਾਈ ਦੇ ਉਹ ਸਨ। ਅੱਜ ਗੱਡੀਆਂ ਤੇ ਕਾਰਾਂ ਲੈ ਲਈਏ, ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ। ਘੋੜੇ ਵੀ ਤੇ ਪਾਤਸ਼ਾਹ ਨੇ ਇਹਨਾਂ ਨੂੰ ਵੀ ਰਸ ਆਖਿਆ। ਜਦੋਂ 9 ਰਸਾਂ ਦੀ ਗੱਲ ਕੀਤੀ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ ਆਖਿਆ। ਇਹ ਵੀ ਇੱਕ ਰਸ ਹੈ, ਕਿਉਂਕਿ ਆਵਾਜਾਈ ਦਾ ਸਾਧਨ ਸੀ, ਚਾਹੀਦਾ ਘੋੜਾ, ਪਰ ਅਰਬੀ ਘੋੜਾ ਹੋਣਾ ਚਾਹੀਦਾ ਹੈ, ਮਹਿੰਗਾ ਹੋਣਾ ਚਾਹੀਦਾ ਹੈ, ਜਿਹਦੀ ਕੀਮਤ ਸੰਸਾਰ ਵਿੱਚ ਸਭ ਤੋਂ ਵੱਧ ਹੋਵੇ। ਅੱਜ ਵੀ ਤੁਸੀਂ ਸਰਚ ਕਰੋ, ਕਰੋੜਾਂ ਦੇ ਘੋੜੇ ਨੇ ਸਾਡੇ ਹਿੰਦੁਸਤਾਨ ਵਿੱਚ ਵੀ। ਘੋੜਾਂ ਦੀ ਬਹੁਤ ਜ਼ਿਆਦਾ ਕੀਮਤ ਹੈ। ਪਹਿਲੇ ਸਮੇਂ 'ਚ ਲੋਕ ਰੱਖਦੇ ਸਨ, ਪਰ ਅੱਜ ਵਿਰਲਿਆਂ ਕੋਲ ਹੈ। ਆਖਿਆ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸ ਰਹੇ ਕਿ ਕੋਈ ਰਾਜਾ ਹੋਵੇ, ਉਹਦੇ ਕੋਲ ਹਾਥੀ ਹੋਣ, ਉਹਦੇ ਦਰ ਤੇ ਝੂਲਦੇ, ਅਨੇਕਾਂ ਜਰੀਆਂ ਦੇ ਨਾਲ ਸੋਨਿਆਂ ਦੇ ਸ਼ਮਿਆਨੇ ਹੋਣ। ਤੇ ਪਾਤਸ਼ਾਹ ਨੇ ਕਿਹਾ ਕੋਟ ਤੁਰੰਗ ਤੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਜੇ ਕਰੋੜਾਂ ਹੀ ਘੋੜੇ ਹੋਣ ਜਿਹੜੇ ਹਿਰਨਾ ਵਾਂਗ ਛਾਲਾਂ ਮਾਰਦੇ ਹੋਣ, ਤੇ ਆਖਿਆ ਇੰਨੇ ਤੇਜ਼ ਚੱਲਦੇ ਹੋਣ ਕਿ ਹਵਾ ਦੀ ਚਾਲ ਨੂੰ ਵੀ ਮਾਤ ਪਾਉਂਦੇ ਹੋਣ। ਪਾਤਸ਼ਾਹ ਕਿਹਾ ਹਵਾ ਦੀ ਮਾਤ ਨੂੰ ਵੀ ਚਾਲ ਪਾਉਂਦੇ ਹੋਣ, ਇੰਨੇ ਤੇਜ਼ ਚੱਲਣ ਵਾਲੇ ਘੋੜੇ ਵੀ ਹੋਣ ਜੀ। ਹਰੀ ਪੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ। ਫਿਰ ਆਖਿਆ ਭਾਰੀ ਉਜਾਨ ਕੇ ਭੂਪ ਭਲੀ ਵਿਦ। ਭਾਰੀ ਉਜਾਨ, ਉਜਾ ਤੋਂ ਅਰਥ ਬਾਹਾਂ ਵਾਲੇ। ਆਖਿਆ ਵੱਡੀਆਂ ਬਾਹਾਂ ਵਾਲੇ, ਤਾਕਤਾਂ ਵਾਲੇ ਰਾਜੇ ਵੀ ਉਹਨਾਂ ਦੇ ਕੋਲ ਆ ਕੇ ਸਿਜਦੇ ਕਰਦੇ ਹੋਣ, ਉਹਨਾਂ ਨੂੰ ਨਮਸਕਾਰਾਂ ਕਰਦੇ ਹੋਣ। ਕਿਉਂਕਿ ਰਾਜਾ ਇੱਕ ਵੱਡਾ, ਬਾਕੀ ਛੋਟੇ ਜਿੰਨੇ ਵੀ ਰਾਜੇ ਰਿਆਸਤਾਂ ਦੇ, ਉਹ ਆ ਕੇ ਰਾਜੇ ਅੱਗੇ ਸਿਜਦੇ ਕਰਦੇ ਹੈ, ਨਮਸਕਾਰਾਂ ਕਰਦੇ ਹੈ। ਹਜ਼ੂਰ ਕਹਿੰਦੇ ਭਾਰੀ ਉਜਾਨ ਕੇ ਭੂਪ ਭਲੀ ਵਿਦ। ਜੇ ਵੱਡੀਆਂ ਜ਼ੋਰਦਾਰ ਬਾਹਾਂ ਵਾਲੇ ਰਾਜੇ ਆ ਕੇ ਉਹਨਾਂ ਅੱਗੇ ਸਿਜਦੇ ਕਰਨ, ਭਾਰੀ ਉਜਾਨ ਕੇ ਭੂਪ ਭਲੀ ਵਿਦ, ਬਹੁਤ ਵੱਡੀਆਂ ਤਾਕਤਾਂ ਤੇ ਬਾਹੂ ਬਲੇ ਦੇ ਮਾਲਕ ਜਿਹੜੇ ਨੇ, ਉਹ ਆ ਕੇ ਨਿਆਵਤ ਸੀਸ, ਆ ਕੇ ਸਿਜਦੇ ਵੀ ਕਰਨ। ਨਾ ਜਾਤ ਵਿਚਾਰੇ, ਆਖਿਆ ਕਿ ਸੀਸ ਝੁਕਾਉਣ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਨਾ ਲੱਗ ਸਕੇ। ਇਸੇ ਨੂੰ ਪਾਤਸ਼ਾਹ ਨੇ ਕਿਹਾ ਰਾਜ ਭਾਗ ਤੇਰੇ ਕੋਲ ਹੋਵੇ। ਹਸਤ ਰਥ ਅਸਵ ਪਵਨ ਤੇਜ਼ ਧਨੀ ਘੂਮਣ ਚਤੁਰੰਗਾ ਸੰਗ ਨ ਚਾਲਿਓ ਇਨਮੇ ਕਛੂਏ ਊਠ ਸਿਧਾਇਓ ਨਾਂਗਾ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਬਾਣੀ ਦੇ ਅੰਦਰ। ਆਖਿਆ ਕਿ ਭਾਈ ਭਾਵੇਂ ਤੂੰ ਰਾਜਾ ਹੋਵੇ, ਤੇਰੇ ਕੋਲ ਹਸਤ ਰਥ ਅਸਵ ਪਵਨ ਤੇਜ, ਹਾਥੀ ਹੋਣ, ਘੋੜੇ ਹੋਣ, ਹਵਾ ਵਾਂਗ ਤੇਜ਼ ਚੱਲਣ ਵਾਲੇ, ਘੂਮਣ ਚਤੁਰੰਗਾ, ਜ਼ਮੀਨ ਜਾਇਦਾਦ ਹੋਵੇ, ਧਨ ਹੋਵੇ। ਚਤੁਰੰਗ ਦਾ ਅਰਥ 4 ਤਰ੍ਹਾਂ ਦੀ ਫੌਜ ਨਾਲ ਚੱਲਦੀ ਹੋਵੇ। ਇੱਕ ਹਾਥੀਆਂ ਦੀ ਫੌਜ, ਇੱਕ ਘੋੜਿਆਂ ਦੀ ਫੌਜ, ਤੀਸਰੀ ਰੱਥਾਂ ਦੀ ਫੌਜ, ਤੇ ਚੌਥੀ ਨਾਲ ਪੈਦਲ ਚੱਲਣ ਵਾਲੀ ਫੌਜ। ਪਾਤਸ਼ਾਹ ਕਹਿੰਦੇ 4 ਤਰ੍ਹਾਂ ਦੀ ਫੌਜ ਵੀ ਤੇਰੇ ਨਾਲ ਚੱਲਦੀ ਹੋਵੇ, ਤੇਰਾ ਏਡਾ ਵੱਡਾ ਰਾਜ ਭਾਗ ਹੋਵੇ। ਤੇ ਆਖਿਆ ਜੇ ਇਹ ਰਾਜ ਭਾਗ ਹੋਣ ਦੇ ਬਾਵਜੂਦ ਵੀ ਜੇ ਤੈਨੂੰ ਕਰਤਾ ਪੁਰਖ ਚੇਤੇ ਨਹੀਂ, ਤੇ ਤੇਰੇ ਹਾਲਾਤ ਕੀ ਨੇ? ਗੁਰੂ ਗੋਬਿੰਦ ਸਿੰਘ ਅਗਲੀ ਪੰਕਤੀ ਦਰਸਾ ਰਹੇ ਹਨ। ਏਤੇ ਭਏ ਤੋ ਕਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਸਤਿਗੁਰੂ ਪਾਤਸ਼ਾਹ ਕਹਿੰਦੇ ਦੁਨੀਆ ਵਿੱਚ ਤਾਂ ਹੀ ਕਿੰਨਾ ਵੱਡਾ ਤੇਰਾ ਪ੍ਰਤਾਪ ਬਣ ਜਾਵੇ। ਆਖਿਆ ਇੰਨਾ ਕੁਝ ਹੋਣ ਤੋਂ ਬਾਵਜੂਦ ਵੀ ਇਹ ਸੰਸਾਰ ਤੋਂ ਤੈਨੂੰ ਨੰਗੇ ਪੈਰੀਂ ਜਾਣਾ ਪੈਣਾ। ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਪਾਏ ਨਾਲ ਤੇ ਪੈਰ ਪਧਾਰੇ। ਆਖੇ ਸੰਸਾਰ ਤੋਂ ਨੰਗੀ ਜਾਣਾ ਪੈਣਾ। ਕੀ ਹੋਇਆ ਜਿਉਂਦੇ ਜੀ ਤੇਰੇ ਨਾਲ 4 ਤਰ੍ਹਾਂ ਦੀਆਂ ਫੌਜਾਂ ਚੱਲਦੀਆਂ, ਤੇਰਾ ਰਾਜ ਭਾਗ ਬਹੁਤ ਵੱਡਾ ਹੈ, ਦੁਨੀਆ ਦੇ ਲੋਕ ਤੇਰੇ ਕੋਲ ਤੈਨੂੰ ਸਿਜਦੇ ਕਰਦੇ ਨੇ। ਪਰ ਆਖਿਆ ਜੇ ਰੱਬੀ ਇਬਾਦਤ ਨਹੀਂ ਨਾ ਕੀਤੀ, ਜੇ ਕਰਤੇ ਪੁਰਖ ਨਾਲ ਨਹੀਂ ਜੁੜਿਆ, ਤੇ ਸੰਸਾਰ ਤੋਂ ਗੁਰਦੇਵ ਕਹਿੰਦੇ ਨੰਗੇ ਪੈਰੀ ਜਾਣਾ ਪੈਣਾ। ਕਿਉਂਕਿ ਨਾਂਗੇ ਆਵਣ ਨਾਂਗੇ ਜਾਣਾ ਕੋਈ ਨਾ ਰਹਿ ਹੈ ਰਾਜਾ ਨਾਲ। ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵ ਨੰਗਾ ਹੀ ਨਾ ਸੰਸਾਰ ਵਿੱਚ। ਇਸੇ ਨੂੰ ਪਾਤਸ਼ਾਹ ਨੇ ਜਦੋਂ ਜ਼ਿੰਦਗੀ ਦੇ 4 ਪਹਿਰਾਂ ਦੀ ਬਾਤ ਕੀਤੀ, ਆਖਿਆ ਜ਼ਿੰਦਗੀ ਦੇ 4 ਪਹਿਰ ਨੇ। ਪਹਿਲਾ ਪਹਿਰ ਮਾਤਾ ਦੇ ਗਰਭ 'ਚ ਹੈ, ਦੂਸਰਾ ਪਹਿਰ ਜਨਮ ਹੁੰਦਾ ਹੈ, ਤੀਸਰਾ ਜਵਾਨੀ ਦਾ, ਤੇ ਚੌਥਾ ਮੌਤ ਜਦੋਂ ਆ ਕੇ ਗ੍ਰਸ ਲੈਂਦੀ। ਇਹ ਚੌਥਾ ਪਹਿਰ ਬੁਢੇਪਾ। ਇਸ ਨੂੰ ਆਖਿਆ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ। ਜਦੋਂ ਰੱਬ ਦਾ ਹੁਕਮ ਹੋਇਆ ਤੂੰ ਗਰਭ ਵਿੱਚ ਆਇਆ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਉਥੋਂ ਤੇਰੀ ਅਰਦਾਸ ਆਰੰਭ ਹੋ ਗਈ। ਤੂੰ ਉਲਟਾ ਲਟਕਦਾ ਸੀ ਮਾਂ ਦੇ ਗਰਭ ਵਿੱਚ ਤੇ ਅਰਦਾਸ ਕਰਦਾ ਸੀ ਪਰਮੇਸ਼ਰ ਬਾਹਰ ਕੱਢ ਇਸ ਮਾਇਆ ਦੀ ਮਾਤਾ ਦੇ ਗਰਭ ਦੀ ਅਗਨ ਚੋਂ ਸੰਸਾਰ ਵਿੱਚ ਆ ਕੇ ਤੇਰਾ ਸਿਮਰਨ ਕਰਾਂਗਾ। ਪਾਤਸ਼ਾਹ ਕਹਿੰਦੇ ਖਸਮ ਸੇਤੀ ਅਰਦਾਸ ਵਿਖਾਣੇ ਉਰਦ ਧਿਆਨ ਲਿਵ ਲਾਗਾ। ਉਲਟਾ ਲਟਕਦੇ ਦਾ ਤੇਰਾ ਧਿਆਨ ਪ੍ਰਮਾਤਮਾ ਦੇ ਚਰਨਾਂ ਵਿੱਚ ਸੀ।
पर अज संसार में आके भुलिया, जो जीव भुलिया तां गुरुदेव ने कहा कहाँ फिर तो भैया फूलिया फूलिया, जब 10 मास उर्द मुख रहता, सो दिन कैसे भूलिया। वो दिन याद कर जिन्होंने उल्टा लटकदा अरदासा करता सा। अज तेनू करतापुर भुल गया, हवाई तलवारां मारन लग पे, अज तू हौमे निरंकार नूं भुल गया। तो पातशाह ने आख्या उस वेले अरदास करता सी, खसम सेती अरदास मुखाने उर्द ध्यान लिव लागा, नाम मरजाद आया कल भीतर। आख्या मर्यादा तो बिना आया से संसार च रहने की मर्यादा है। असी कपड़े पा के रहने संसार में, मर्यादा है संसार में रहने की। आख्या तू मर्यादा तो बिना आया से, भाव नंगा आया संसार में। नाम मरजाद आया कल भीतर, बाहुर जासी नांगा। आख्या जाना भी नंगे ने, नांगे आवन नांगे जाना, कोई न रह है राजा राणा। आख्या किसी ने भी नहीं रहना। आए जीव सारे असी वस्त्र तो ही आए हाँ, ते जाना भी वस्त्र तो ही नहीं है। नंगा दूध विचालिया तो दिसै खरा डरावना, कर औगण पछो तावना। फिर पातशाह ने आख्या कादे लिए इन्ना अडंबर झूठदा, फिर कादे लिए ये लुट खो ये पाप कर्म। आए नंगे सा जाना भी नंगे है, लैके तो कुछ नाल जाना नहीं है। अज तक ना को लै आयो ये धन, ना को लै जात, ना कोई अज तक लैके आया ते ना कोई लैके गया। इसलिए गुरुदेव ने आम मनुख की उदाहरण नहीं दी। ये बड़े बड़े राजे ने उदाहरण दे के समझा रहे हैं। ये बड़े बड़े धार्मिक आगुओं की गल कर रहे हैं भी श्री भगवान की भाई कृपा होंदे एक रति बने एक रति। जे रब की कृपा ते रहमत बख्शिश का पात्र ना बनिया, जे तिस नजर ना आवई तो बात ना पूछे कि तेरी किसी बात नहीं पूछनी। ते दूसरी पौड़ी यही समझाया, आख्या बड़े बड़े राजे जिन्ना मर्जी राज भाग कोल है, हाथी ते घोड़े ने, करोड़ा घोड़े उन्होंने दर ते ने, पर आख्या जे रब की नदरे रहमत कबूल ना पे तो फिर किसी अर्थ नहीं है। यो गुरु गोबिंद सिंह महाराज कह रहे हैं कि भारी भुजान के भूप भली बिद न्यावत शीस न जात बिचारे। बड़े बड़े बाहुबली राजे भी आके सिजदे करते थे, किड्डी की बड़ी बात है। पर पातशाह ने आख्या जे एते भये तो कहाँ भये भूपत। आख्या इन्ना राज भाग जे प्राप्त हो गया, इन्ने बड़े तेज प्रताप भी प्राप्त हो गया, तो पातशाह कहते तां भी की होया, अखीर नूं तां अंत को नांगे ही पाए बधारे। अंत नूं ते संसार तो फिर नंगे ही जाना है ना। तो गुरुदेव पातशाह ये समझा रहे भाई जीवन मिले रब्बी इबादत के वास्ते कर बंदे तो बंदगी जिचर घट में सा नाल निभण वाली वस्तु एक नाम धन है, जिसका व्यापार करने जीव आया है। रब्बी रहमत ते बख्शिश हासिल करन आए हैं। आख्या ये समा वो नहीं लेखे विच कि किन्ना लम्मा तू जिउलिया है, किन्नी लम्मी तू उम्र भोगी है। बात लम्मे उम्र की नहीं, लम्मे जीवन की नहीं। जीवन च कमाया की है, तेरी देन की है संसार में, अहमियत ओदी पै जानी है संसार में। इसलिए कहना जे कोई 4 यार जा और दस नहीं होई, जे आप वाचिया जपजी साहब भी भावें 4 युग तेरी उम्र हो जाए, 10 गुना होर मल्टीप्लाई बाई 10 40 युग हो जाए। चंगा नाम लिखाए के जस कीर्त जगले, संसार की उस्तत तेन प्राप्त हो जाए। तो आख्या संसार के जीव तेरे नाल भी चलते हो, चंगा नाम लिखाए गए जस कीर्त जगले, जे तिस नदर ना आवई तो बात ना पूछे की। तो फिर तेरे नूं सजा की मिलनी है, कीटा अंदर कीट, कीड़िया अंदर गंदगी का कीड़ा बन जाएगा। कर दोषी दोष धरे, तेरे ते दोष साफ ला के तेनों दोषी बना के रब दे दर सुटिया जाएगा। क्योंकि मनुख नूं उन्ना चिर दोषी नहीं कहा जाता जिन्ना चिर दोष उहदा साबित नहीं हो जाता कोर्ट अंदर। उन्ना चिर मनुख नूं दोषी नहीं कह सकते। ये सजा है मनुख नूं दोषी कहना, जिन्ना चिर दोष दायर नहीं हो जाता। आखे कर दोषी, तेरे ते दोष साबित करके दोष धरे, दोष लाए जाणगे। नानक निर्गुण गुण करे गुणवंतिया, गुण दे वो मालिक हीड़ा है। वो गुण हीड़ा नूं भी गुणां दी दात बख्शदा है जे उहदे चरनां विच आके कोई झुक जाता है। तो सहबे कमाल गुरु गोबिंद सिंह महाराज दर्शा रहे भाई जिन्ना मर्जी राज भाग है, जिन्ने मर्जी धार्मिक आगू ने, हजूर ने आख्या जिन्ना चिर अंदर धर्म की चिन्ह नहीं या रबी रहमत तो सखने ने ते उन्ना चिर प्राप्ति नहीं होएगी। श्री भगवान की भाई कृपा होते एक रति के पहली पौड़ी का तत्त ते दूसरी का तत्त आखे जिन्ना मर्जी राज भाग तेरे कोल फौजा ने, राजे तेनों सिजदे करते ने। एते भये तो कहाँ भये भूपत, अंत को नांगे ही पाए पधारे। अंत में तेनों खाली हाथी संसार तो नंगे पैर दुनिया तो जाना पैना है। इसलिए भाई चंगे नेक कर्मां दे धारनी हो,
क्योंकि रब दे घर कम उही आना फरीदा अमल जे कीतिया दुनी विच दरगा आए कम। इसलिए गुरमत सुचेत करती है कि जिन्नी कमी नाही गुण ते कमड़े विसार मत शर्मिंदा थी वही साईं दे दरबार। वो कर्म ना करिए जिन्ना करके दिन का चैन ते रात की नींद चली जाए। पातशाह ने कहा वो कर्म कर जिन्हां दे नाल साईं दे दर कबूल पै जाए। ते साईं दे दर अमलों नाल कबूल पैना। फरीदा अमल जे कीतिया दुनी विच, जे दुनिया में चंगे अमल कमावांगे तो दरगाह आए काम उन्होंने साडे काम आना है। सतगुरु ये जीवन जाच चोरी पाउण। समा समाप्त है। अगलेरी विचार कल के दीवाना में सांझी करांगे। समूह संगत नूं गुरु दरबार आउण ते जी आया आखते हुए बहुत बहुत धन्यवाद। उन्होंने जतारते हुए प्यार सदे हो असीस बुलाओ फतेह आखो जी। वाहिगुरू जी का खालसा वाहिगुरू जी की फतेह।